ਦੇਖਾਂਗੇ ਐਕਸ਼ਨ ਆਫ ਵੇਵਸ ਕਿ ਸਮੁੰਦਰ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਕਿਵੇਂ ਇਰੋਜ਼ਨ, ਟਰਾਂਸਪੋਰਟੇਸ਼ਨ ਔਰ ਡਿਪੋਜੀਸ਼ਨ ਦਾ ਕੰਮ ਕਰਦੀਆਂ ਨੇ। ਕਹਿੰਦਾ ਕੋਸਟਲ ਏਰੀਆਜ਼ ਵਿੱਚ ਜਿਹੜਾ ਸਮੁੰਦਰ ਹੈ ਇਹਦੀਆਂ ਲਹਿਰਾਂ ਜਿਹੜੀਆਂ ਨੇ ਲਗਾਤਾਰ ਪੁਰਾਣੇ ਲੈਂਡਫਾਰਮਸ ਨੂੰ ਇਰੋਡ ਕਰਦੀਆਂ ਨੇ, ਤੋੜਦੀਆਂ ਨੇ ਔਰ ਨਵੇਂ ਲੈਂਡਫਾਰਮਸ ਬਣਾਉਂਦੀਆਂ ਰਹਿੰਦੀਆਂ ਨੇ। ਜਿਹੜੀਆਂ ਸਮੁੰਦਰ ਦੀਆਂ ਲਹਿਰਾਂ ਹੁੰਦੀਆਂ ਨੇ ਲਗਾਤਾਰ ਕਿਨਾਰੇ ਦੇ ਉੱਪਰ ਜਿਹੜੇ ਪੱਥਰ ਹੁੰਦੇ ਨੇ ਜਾਂ ਚਟਾਨਾਂ ਹੁੰਦੀਆਂ ਨੇ ਉਹਨਾਂ ਦੇ ਨਾਲ ਬੜੀ ਹੀ ਫੋਰਸ ਦੇ ਨਾਲ, ਬੜੀ ਤੇਜ਼ ਫੋਰਸ ਦੇ ਨਾਲ ਜਿਹੜੀਆਂ ਟਕਰਾਉਂਦੀਆਂ ਨੇ ਔਰ ਹਾਰਡ ਤੋਂ ਹਾਰਡ ਰੌਕਸ ਨੂੰ ਵੀ ਤੋੜ ਦਿੰਦੀਆਂ ਨੇ। ਔਰ ਉਸ ਤੋਂ ਬਾਅਦ ਜਦੋਂ ਇਹ ਲਹਿਰਾਂ ਜਿਹੜੀਆਂ ਨੇ ਵਾਪਸ ਸਮੁੰਦਰ ਦੇ ਵਿੱਚ ਵਾਪਸ ਚਲੀਆਂ ਜਾਂਦੀਆਂ ਨੇ ਤਾਂ ਆਪਣੇ ਨਾਲ ਛੋਟੇ ਛੋਟੇ ਪੱਥਰਾਂ ਦੇ ਟੁਕੜਿਆਂ ਨੂੰ ਵੀ ਨਾਲ ਹੀ ਸਮੁੰਦਰ ਦੇ ਅੰਦਰ ਲੈ ਜਾਂਦੀਆਂ ਨੇ। ਜਿਹੜੇ ਰੌਕ ਮਟੀਰੀਅਲ ਸਮੁੰਦਰ ਦੇ ਪਾਣੀ ਦੇ ਵਿੱਚ ਮੌਜੂਦ ਹੁੰਦੇ ਨੇ ਉਹ ਵੀ ਸਮੁੰਦਰ ਦੇ ਕਿਨਾਰੇ ਦੀਆਂ ਚਟਾਨਾਂ ਨੂੰ ਤੋੜਨ ਦੇ ਵਿੱਚ ਮਦਦ ਕਰਦੇ ਨੇ। ਸੋ ਇਰੋਜ਼ਨ ਆਫ ਕੋਸਟਲ ਲੈਂਡ ਬਾਈ ਸੀ ਇਜ਼ ਕਾਲਡ ਮਰੀਨ ਇਰੋਜ਼ਨ। ਸੋ ਸਮੁੰਦਰ ਦੇ ਪਾਣੀ ਜਾਂ ਸਮੁੰਦਰ ਦੀਆਂ ਲਹਿਰਾਂ ਦੇ ਨਾਲ ਕਿਨਾਰੇ ਵਾਲੀ ਜ਼ਮੀਨ ਦਾ ਟੁੱਟਣਾ ਉਹਨੂੰ ਹੀ ਅਸੀਂ ਮਰੀਨ ਇਰੋਜ਼ਨ ਕਹਿੰਦੇ ਹਾਂ। ਸਭ ਤੋਂ ਪਹਿਲਾਂ ਦੇਖ ਲੈਂਦੇ ਕਿ ਸੀ ਕਲਿਪਸ ਕਿਵੇਂ ਬਣਦੇ ਨੇ। ਕਹਿੰਦਾ ਜਦੋਂ ਸਮੁੰਦਰ ਦੀਆਂ ਲਹਿਰਾਂ ਜਿਹੜੀਆਂ ਨੇ, ਹਾਂਜੀ, ਸੀ ਕਲਿਪਸ ਦੇਖ ਲੈਂਦੇ ਕਿਵੇਂ ਬਣਦੀਆਂ। ਜਦੋਂ ਸਮੁੰਦਰ ਦੀਆਂ ਵੇਵਸ ਜਿਹੜੀਆਂ ਨੇ, ਲਹਿਰਾਂ ਜਿਹੜੀਆਂ ਨੇ ਕਿਸੇ ਉੱਚੀ ਚਟਾਨ ਦੇ ਨਾਲ ਟਕਰਾਉਂਦੀਆਂ ਨੇ ਕਿਨਾਰੇ ਦੇ ਉੱਪਰ ਤਾਂ ਕੀ ਹੁੰਦਾ ਹੈ, ਦੇ ਰੋਡ ਦਾ ਰੌਕ ਨੀਅਰ ਦਾ ਬੇਸ ਤੋਂ ਚਟਾਨ ਨੂੰ ਨੀਚੇ ਵਾਲੇ ਪਾਸੇ ਤੋਂ ਖੋਰਨਾ ਸ਼ੁਰੂ ਕਰ ਦਿੰਦੀਆਂ, ਜਿਵੇਂ ਇਸ ਡਾਇਗਰਾਮ 'ਚ ਕਲੀਅਰ ਹੈ। ਤੁਸੀਂ ਇਹ ਦੇਖ ਸਕਦੇ ਹੋ, ਇਹ ਸੀ ਹੈ ਔਰ ਇਹ ਜਿਹੜੀ ਹੈ ਰੌਕੀ ਸਰਫੇਸ ਹੈਗਾ ਆ ਸਮੁੰਦਰ ਦੇ ਕਿਨਾਰੇ 'ਤੇ, ਵੱਡਾ ਸਾਰਾ ਪੱਥਰ ਹੈ ਜਾਂ ਚਟਾਨ ਹੈ ਕੋਈ, ਔਰ ਸਮੁੰਦਰ ਦੀਆਂ ਲਹਿਰਾਂ ਲਗਾਤਾਰ ਇਸ ਰੌਕ ਨੂੰ ਜਿਹੜਾ ਹੈ ਨੀਚੇ ਵਾਲੇ ਪਾਸੇ ਤੋਂ ਬੇਸ ਤੋਂ ਜਿਹੜਾ ਹੈ ਇਰੋਡ ਕਰ ਰਹੀਆਂ ਨੇ, ਖੋਰ ਰਹੀਆਂ ਨੇ। ਔਰ ਆਖਿਰਕਾਰ ਇਰੋਜ਼ਨ ਵੱਧਦੀ ਕੀ ਅਲਟੀਮੇਟਲੀ ਕੀ ਕਰੇਗੀ ਕਿ ਉਹ ਜਿਹੜਾ ਹੋਲੋ ਏਰੀਆ, ਇੱਥੇ ਦੇਖਿਆ ਤੁਸੀਂ ਹੋਲੋ ਏਰੀਆ ਕ੍ਰੀਏਟ ਕੀਤਾ ਹੈ ਸਮੁੰਦਰ ਨੇ, ਹੋਲੋ ਏਰੀਆ ਦੇ ਉੱਪਰ ਵਾਲਾ ਜਿਹੜਾ ਪਾਰਟ ਹੈ ਪੱਥਰ ਦਾ ਉਹ ਟੁੱਟ ਕੇ ਸਮੁੰਦਰ ਦੇ ਵਿੱਚ ਗਿਰ ਜਾਏਗਾ। ਔਰ ਇਹਦੀ ਵਜ੍ਹਾ ਦੇ ਨਾਲ ਅਸੀਂ 3rd ਨੰਬਰ 'ਤੇ ਦੇਖਦੇ ਹਾਂ ਕਿ ਸੀ ਕਲਿਫ ਜਿਹੜੀ ਹੈ, ਜੇ ਬਿਲਕੁਲ ਸਿੱਧਾ ਜਿਹੜਾ ਰੌਕ ਦਾ ਪਾਰਟ ਜਾਂ ਚਟਾਨ ਦਾ ਪਾਰਟ ਸਾਨੂੰ ਬਣ ਕੇ ਦਿਖਾਈ ਦੇਵੇਗਾ, ਉਹਨੂੰ ਅਸੀਂ ਸੀ ਕਲਿਫ ਦਾ ਨਾਮ ਦਿੰਦੇ ਹਾਂ। ਇਹ ਸੀ ਵੇਵਸ ਦਾ ਹੀ ਨਤੀਜਾ ਹੈ ਕਿ ਉਹ ਸੀ ਕਲਿਫਸ ਬਣਾ ਦਿੰਦੀਆਂ ਨੇ ਸਮੁੰਦਰ ਦੇ ਕਿਨਾਰੇ 'ਤੇ। नेक्स्ट देखते हैं सी केव्स, आर्चीज़ और स्टैक्स की ने। कहता मरीन इरोजन में स्कूप आउट हॉलोज इन पैचेस ऑफ सॉफ्ट रॉक ऑन अ क्लिफ फेस और इन अ हेडलैंड, सच हॉलोज आर कॉल्ड सी केव्स। देख लेने इधर पिक्चर के सी केव्स होंदियां की ने। नंबर 1 सी केव्स समंदर के किनारे के उपर तुसीं देख सकते हैं, उपर हेडलैंड है तो रॉकी सरफेस है, किनारे के उपर रॉक्स ने। समंदर दी लहरां जिहड़ियां ने लगातार इस एरिए के उपर स्ट्राइक करदियां ने और इसकी वजह के नाल इत्थे कुछ एक साइड तो हॉलो एरिया जिहड़ा है, खाली एरिया क्रिएट हो जाता है और इनू असीं सी केव का नाम दिंदे हां। इधर अंदर वाले पासे तो समंदर दी लहरां ने लगातार ये पत्थर जिहड़ा है खोद दिता है, इनू असीं सी केव का नाम दिंदे हां। ये सी केव ही जिहड़ी है अगे जाके सी आर्च की फॉर्म धारण करेगी, क्योंकि लहरां दा आउणा तो बंद नहीं होया, लहरां बार बार फिर टकराउणगियां सी केव दे नाल और आखिरकार जिहड़ा चट्टान का जिहड़ा एरिया है इनू आर पार तो बिल्कुल खोखला कर देणगियां और ये सानू सी आर्च जिहड़ी है वो लैंडफॉर्म देखने को मिलेगा। दैन सी आर्च जिहड़ी है ये भी वध के जिहड़ी है एक होर नवां लैंडफॉर्म जिहड़ा है क्रिएट करेगी, वो होएगा स्टैक। किवें सी आर्च स्टैक की फॉर्म धारण करेगी, क्योंकि सी वेव्स लगातार जिहड़ियां उच्चियां उठदियां होईयां ये सारे दे सारे सी आर्च नूं तोड़ देणगियां मेनलैंड दे नालों, और ये जो उपरला पार्ट है सी आर्च का ये भी जोड़ा इरोड होकर समंदर च डिग जाएगा, जिसकी वजह के नाल ये जोड़ा पत्थर है ये बाकी लैंड नालों टुट जाएगा और स्टैक की फॉर्म के सानू समंदर के दिखाई देता है। उस तो बाद स्टैक जोड़ा है ये भी समंदर दी लहरां लगातार टकराउंदियां रहिंदियां ने और आने वाले टाइम में जोड़ा स्टैक है नंबर 4 स्टंप की फॉर्म धारण कर लैंदा है। स्टैक जोड़ा बहुत छोटा हो जाता है क्योंकि ये पत्थर टुट के लगातार समंदर में बहते रहते हैं। सो असीं देखिया ये कि किवें सी केव बनती है, फिर वो सी आर्च बन जाती है, फिर स्टैक बन जाती है और स्टंप बन जाती है। सो ये जो सारा पैराग्राफ है तुहानूं मैं पिक्चर के राहीं क्लीयर कर दिता है। नैक्सट देख लें कि सी बीचिज़ की होंदियां ने। सी बीचिज़ नूं समझण लई सानूं पता होना चाहिए है कि जिहड़े दरियावां दा पानी समुंदर च मिक्स होंदा है, दरियावां राहीं भी बहुत सारे छोटे छोटे कण जिहड़े सैडीमेंट्स ਜਾਂ सैंड वगैरह समुंदर सुट्टी जाती है। इस तो बिना समुंदर खुद जोड़ा है लहरां दे राहीं पत्थरां नूं तोड़दा है और छोटे छोटे सैडीमेंट्स, रॉक पार्टिकल्स ਜਾਂ सैंड्स ये मौजूद रहिंदियां ने।
ਸੋ ਕਹਿੰਦਾ ਕਿ ਸੀ ਵਾਟਰ ਕੰਟੇਨ ਸੈਡੀਮੈਂਟਸ ਲਾਈਕ ਸੈਂਡ ਐਂਡ ਪੈਬਲਸ। ਇਸ ਕਰਕੇ ਸਮੁੰਦਰ ਦੇ ਪਾਣੀ ਦੇ ਵਿੱਚ ਛੋਟੇ ਛੋਟੇ ਕਣ ਜਿਵੇਂ ਰੇਤ, ਕੰਕਰ ਵਗੈਰਾ ਮੌਜੂਦ ਹੁੰਦੇ ਨੇ। ਸਮੁੰਦਰ ਦੇ ਕਿਨਾਰੇ ਦੇ ਉੱਪਰ ਕਈ ਜਗ੍ਹਾ ਦੇ ਉੱਪਰ ਇਹ ਜਿਹੜੇ ਛੋਟੇ ਛੋਟੇ ਕਣ ਨੇ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਨੇ, ਡਿਪੋਜ਼ਿਟ ਹੋਣੇ ਸ਼ੁਰੂ ਹੋ ਜਾਂਦੇ ਨੇ ਕਿਨਾਰੇ ਦੇ ਉੱਪਰ, ਔਰ ਇਹ ਲਗਾਤਾਰ ਡਿਪੋਜ਼ਿਟ ਜਿਹੜਾ ਵੱਧਦਾ ਰਹਿੰਦਾ ਹੈ ਔਰ ਆਖਿਰਕਾਰ ਇੱਕ ਬੀਚ ਦੀ ਫਾਰਮ ਧਾਰਨ ਕਰ ਲੈਂਦਾ, ਜਿੱਥੇ ਬਹੁਤ ਸਾਰੀ ਰੇਤ ਔਰ ਕੰਕਰ ਮੌਜੂਦ ਹੁੰਦੇ ਨੇ ਸਮੁੰਦਰ ਦੇ ਕਿਨਾਰੇ 'ਤੇ। ਇਹੀ ਬੀਚ ਹੁੰਦੀ ਹੈ। ਹਿੰਦੁਸਤਾਨ ਦੇ ਕਿਨਾਰਿਆਂ ਦੇ ਉੱਪਰ ਬਹੁਤ ਹੀ ਸੁੰਦਰ ਬੀਚਿਸ ਅਸੀਂ ਦੇਖਣ ਨੂੰ ਸਾਨੂੰ ਮਿਲਦੀਆਂ ਨੇ। ਨੈਕਸਟ ਦੇਖ ਲੈਂਦੇ ਹਾਂ ਕਿ ਲੈਗੂਨਸ ਕੀ ਹੈ। ਕਹਿੰਦਾ ਸਮ ਆਫ ਦ ਸੈਡੀਮੈਂਟਸ ਪ੍ਰੈਜ਼ੈਂਟ ਇਨ ਦ ਸੀ ਵਾਟਰ ਆਰ ਡਿਪੋਜ਼ਿਟਡ ਔਨ ਦ ਸੀ ਬੈਡ ਨੀਅਰ ਦ ਕੋਸਟ। ਬਹੁਤ ਸਾਰੇ ਜਿਹੜੇ ਸਮੁੰਦਰ ਦੇ ਜਿਹੜੇ ਕਣ ਨੇ ਉਹ ਸਮੁੰਦਰ ਦੇ ਕਿਨਾਰੇ 'ਤੇ ਕਈ ਵਾਰੀ ਜਮ੍ਹਾਂ ਹੋਣੇ ਸ਼ੁਰੂ ਹੋ ਜਾਂਦੇ ਨੇ ਸਮੁੰਦਰ ਦੇ ਕਿਨਾਰੇ ਦੇ ਨਾਲ ਨਾਲ। ਥੀਸ ਡਿਪੋਜ਼ਿਟਸ ਪਾਈਲ ਅਪ ਐਂਡ ਰਾਈਜ਼ ਅਬਵ ਦ ਸੀ ਵਾਟਰ। ਇਹ ਜਿਹੜੇ ਕਣ ਨੇ ਇਹ ਇਕੱਠੇ ਹੋ ਜਾਂਦੇ ਨੇ ਔਰ ਸਮੁੰਦਰ ਦੇ ਪਾਣੀ ਦੇ ਸਰਫੇਸ ਤੋਂ ਉੱਪਰ ਉੱਠ ਜਾਂਦੇ ਨੇ। ਸਮਟਾਈਮਸ ਕਟਿੰਗ ਆਫ ਅ ਪਾਰਟ ਆਫ ਦ ਸੀ ਫਰੋਮ ਦ ਮੇਨ ਬੋਡੀ ਆਫ ਵਾਟਰ। ਕਈ ਵਾਰੀ ਇਹ ਜਿਹੜੇ ਸੈਡੀਮੈਂਟਸ ਨੇ ਇਹ ਸਮੁੰਦਰ ਦੇ ਇੱਕ ਹਿੱਸੇ ਨੂੰ ਜਿਹੜਾ ਹੈ ਬਾਕੀ ਹਿੱਸੇ ਨਾਲੋਂ ਅਲੱਗ ਕਰ ਦਿੰਦੇ ਨੇ, ਔਰ ਇਸ ਤਰ੍ਹਾਂ ਦੇ ਨਾਲ ਹੀ ਜਿਹੜੀ ਹੈ ਸਾਲਟ ਵਾਟਰ ਲੇਕ, ਜਿਹਨੂੰ ਅਸੀਂ ਲੈਗੂਨ ਕਹਿੰਦੇ ਹਾਂ, ਉਹ ਬਣ ਜਾਂਦੀਆਂ ਨੇ। ਲੈਗੂਨ ਇਜ਼ ਯੂਜ਼ੂਅਲੀ ਕਨੈਕਟਿਡ ਟੂ ਦ ਸੀ ਬਾਏ ਅ ਨੈਰੋ ਆਊਟਲੈਟ। ਛੋਟੇ ਜਿਹੇ ਰਸਤੇ ਦੇ ਨਾਲ ਇਹ ਲੈਗੂਨ ਜਿਹੜੀ ਸਮੁੰਦਰ ਦੇ ਨਾਲ ਜੁੜੀ ਹੁੰਦੀ ਹੈ। ਅਸੀਂ ਦੇਖ ਸਕਦੇ ਹਾਂ ਪਿਕਚਰ ਦੇ ਵਿੱਚ ਲੈਗੂਨ ਦੀ ਫਾਰਮੇਸ਼ਨ ਸੈਡੀਮੈਂਟਸ ਦੇ ਇਕੱਠੇ ਹੋਣ ਦੇ ਨਾਲ ਜਿਹੜੀ ਹੈ ਇੱਕ ਲੈਗੂਨ ਬਣ ਗਈ ਹੈ, ਔਰ ਬਿਲਕੁਲ ਛੋਟੇ ਜਿਹੇ ਰਸਤੇ ਤੋਂ ਇਹ ਸਮੁੰਦਰ ਦੇ ਨਾਲ ਜੁੜੀ ਹੋਈ ਹੈ, ਇੱਕ ਤਰ੍ਹਾਂ ਦੀ ਝੀਲ ਹੈ। ਔਰ ਇਸ ਤਰ੍ਹਾਂ ਜਿਹੜੀਆਂ ਅਸੀਂ ਸੈਡੀਮੈਂਟਸ ਦੇ ਇਕੱਠੇ ਹੋਣ ਨਾਲ ਸਮੁੰਦਰ ਦੇ ਕਿਨਾਰੇ ਦੇ ਕੋਲ ਅਸੀਂ ਲੈਗੂਨਸ ਦੇਖ ਸਕਦੇ ਹਾਂ। ਹਿੰਦੁਸਤਾਨ ਦੇ ਵਿੱਚ ਕਹਿੰਦਾ ਕਾਫੀ ਸਾਰੀਆਂ ਲੈਗੂਨਸ ਪਾਈਆਂ ਜਾਂਦੀਆਂ ਨੇ, ਖਾਸ ਕਰ ਕੇਰਲਾ ਦੇ ਵਿੱਚ। ਉੜੀਸਾ ਦੇ ਵਿੱਚ ਚਿਲਕਾ ਲੇਕ ਜਿਹੜੀ ਹੈ ਉਹ ਹਿੰਦੁਸਤਾਨ ਦੀ ਸਭ ਤੋਂ ਵੱਡੀ ਲੈਗੂਨ ਲੇਕ ਹੈ। ਹਾਂਜੀ ਬੇਟਾ, ਨੈਕਸਟ ਟੌਪਿਕ ਅਸੀਂ ਦੇਖਾਂਗੇ ਸੋਇਲ ਫਾਰਮੇਸ਼ਨ, ਕਿ ਮਿੱਟੀ ਕਿਵੇਂ ਬਣਦੀ ਹੈ। ਕਹਿੰਦਾ ਕਿ ਅਸੀਂ ਦੇਖ ਆਏ ਹਾਂ ਕਿ ਅਲੱਗ-ਅਲੱਗ ਜਿਹੜੇ ਏਜੰਟਸ ਨੇ, ਚਾਹੇ ਉਹ ਵਿੰਡ ਹੈ, ਵਾਟਰ ਹੈ, ਗਲੇਸ਼ੀਅਰ ਹੈ, ਇਹ ਆਪਣਾ ਰੌਕਸ ਵਗੈਰਾ ਨੂੰ ਇਰੋਡ ਕਰਦੇ ਨੇ, ਟਰਾਂਸਪੋਰਟ ਕਰਦੇ ਨੇ, ਡਿਪੋਜ਼ਿਟ ਕਰਦੇ ਨੇ। ਸੋ ਕਹਿੰਦਾ ਕਿ ਇਹਨਾਂ ਦਾ ਕਾਫੀ ਅਹਿਮ ਕੰਮ ਹੈ, ਔਰ ਲੇਕਿਨ ਸਭ ਤੋਂ ਅਹਿਮ ਕੰਮ ਇਹਨਾਂ ਏਜੰਟਸ ਆਫ ਵੈਦਰਿੰਗ ਜਾਂ ਏਜੰਟਸ ਆਫ ਇਰੋਜ਼ਨ ਦਾ ਹੈ ਕਿ ਮਿੱਟੀ ਬਣਾਉਂਦੇ ਹਨ। ਸੋ ਮਿੱਟੀ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ, ਕਿਉਂਕਿ ਮਿੱਟੀ ਦੇ ਵਿੱਚ ਹੀ ਅਸੀਂ ਫਸਲਾਂ ਉਗਾਉਂਦੇ ਹਾਂ, ਦਰਖਤ ਉਗਾਉਂਦੇ ਹਾਂ। ਅਗਰ ਅਸੀਂ ਮਿੱਟੀ ਦੀ ਡੈਫੀਨੇਸ਼ਨ ਦੇਣੀ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਇੱਕ ਤਰ੍ਹਾਂ ਦਾ ਅਰਥ ਦੇ ਸਰਫੇਸ ਦੇ ਉੱਪਰ ਲੂਜ਼ ਮਟੀਰੀਅਲ ਹੈ, ਔਰ ਇਹਦੇ ਵਿੱਚ ਛੋਟੇ ਛੋਟੇ ਪੱਥਰਾਂ ਦੇ ਕਣ ਹੁੰਦੇ ਨੇ, ਔਰ ਇਹਦੇ ਵਿੱਚ ਆਰਗੈਨਿਕ ਮੈਟਰ ਵੀ ਮੌਜੂਦ ਹੁੰਦਾ ਹੈ। ਮਤਲਬ ਇਹਦੇ ਵਿੱਚ ਡੈਡ ਬੋਡੀਜ਼ ਆਫ ਪਲਾਂਟਸ ਔਰ ਐਨੀਮਲਸ ਮੌਜੂਦ ਹੁੰਦੀਆਂ ਨੇ, ਜਿਵੇਂ ਕਿ ਰਿਮੇਨਸ ਆਫ ਪਲਾਂਟਸ ਐਂਡ ਐਨੀਮਲਸ। ਸੋ ਇਹ ਚੀਜ਼ਾਂ ਮੌਜੂਦ ਹੁੰਦੀਆਂ ਨੇ ਸੋਇਲ ਦੇ ਵਿੱਚ। ਸੋਇਲ ਬਹੁਤ ਹੌਲੀ ਬਣਦੀ ਹੈ, ਹਜ਼ਾਰਾਂ ਸਾਲ ਲੱਗ ਸਕਦੇ ਨੇ ਕੁਝ ਸੈਂਟੀਮੀਟਰ ਸੋਇਲ ਨੂੰ ਬਣਨ ਦੇ ਵਿੱਚ। ਜਿਹੜਾ ਪਹਿਲਾ ਸਟੈਪ ਹੈ ਸੋਇਲ ਦੇ ਬਣਨ ਦਾ, ਉਹਦੇ ਵਿੱਚ ਵੈਦਰਿੰਗ ਇਨਕਲੂਡਡ ਹੈ। ਵੈਦਰਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਪੱਥਰ ਜਿਹੜੇ ਨੇ ਉਹ ਟੁੱਟਦੇ ਨੇ, ਔਰ ਪੱਥਰ ਟੁੱਟ ਕੇ ਛੋਟੇ ਛੋਟੇ ਫਰੈਗਮੈਂਟਸ ਉਹਨਾਂ ਦੇ ਬਣ ਜਾਂਦੇ ਨੇ। ਇਹ ਫਰੈਗਮੈਂਟਸ ਅੱਗੋਂ ਹੋਰ ਛੋਟੇ ਪੀਸਿਸ ਦੇ ਵਿੱਚ ਟੁੱਟਣੇ ਸ਼ੁਰੂ ਹੋ ਜਾਂਦੇ ਨੇ, ਔਰ ਆਖਿਰਕਾਰ ਇਹ ਫਾਈਨ ਪਾਊਡਰ ਬਣ ਜਾਂਦਾ ਇਹਨਾਂ ਰੌਕਸ ਦਾ। ਸੋ ਮਿੱਟੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਰੌਕ ਪਾਰਟੀਕਲਸ ਜਿਹੜੇ ਨੇ ਮੌਜੂਦ ਹੁੰਦੇ ਨੇ, ਜਿਹੜੇ ਕਿ ਅਲੱਗ-ਅਲੱਗ ਏਜੰਟਸ ਦੇ ਰਾਹੀਂ ਜਿਹੜੇ ਨੇ ਇੱਕ ਜਗ੍ਹਾ 'ਤੇ ਜਮ੍ਹਾਂ ਕੀਤੇ ਜਾਂਦੇ ਨੇ, ਫਰੈਗਮੈਂਟਸ ਆਫ ਰੌਕਸ। ਪਲੱਸ ਇਹਨਾਂ ਦੇ ਵਿੱਚ ਕੀ ਮਿਕਸ ਹੁੰਦਾ ਹੈ, ਆਰਗੈਨਿਕ ਮੈਟਰ, ਮੀਨਸ ਕਿ ਡੈਡ ਰਿਮੇਨਸ ਆਫ ਪਲਾਂਟਸ ਐਂਡ ਐਨੀਮਲਸ। ਸੋ ਜਿਨ੍ਹਾਂ ਨੂੰ ਅਸੀਂ ਹਿਊਮਸ ਦਾ ਨਾਮ ਵੀ ਦਿੰਦੇ ਹਾਂ। ਹਿਊਮਸ ਦੇ ਵਿੱਚ ਸਾਰੇ ਆਰਗੈਨਿਕ ਸਬਸਟੈਂਸਿਸ ਮੌਜੂਦ ਹੁੰਦੇ ਨੇ। ਸੋ ਸੋਇਲ ਦੇ ਵਿੱਚ ਇੱਕ ਤਾਂ ਆਪਣਾ ਫਾਈਨ ਰੌਕ ਪਾਰਟੀਕਲਸ ਮੌਜੂਦ ਨੇ, ਪਲੱਸ ਇੱਕ ਜਿਹੜੀ ਹੈ ਹਿਊਮਸ ਮੌਜੂਦ ਹੈ, ਜਿਹਦੇ ਵਿੱਚ ਡੈਡ ਐਨੀਮਲਸ ਅਤੇ ਪਲਾਂਟਸ ਦੇ ਰਿਮੇਨਸ ਹੈਗੇ। ਸੋ ਇਨ ਹਿਊਮਸ ਦੇ ਹੋਣ ਦੇ ਨਾਲ ਕਹਿੰਦਾ ਕਿ ਜਿਹੜੀ ਮਿੱਟੀ ਹੈ ਉਹ ਉਪਜਾਊ ਬਣਦੀ ਹੈ, ਔਰ ਉਹਦੇ ਵਿੱਚ ਖੇਤੀ ਹੋ ਸਕਦੀ ਹੈ। ਅੱਜ ਲੋੜ ਹੈ ਸਾਨੂੰ ਮਿੱਟੀ ਨੂੰ ਸੰਭਾਲਣ ਦੀ। ਇਹੀ ਟੌਪਿਕ ਹੈ ਕੰਜ਼ਰਵੇਸ਼ਨ ਆਫ ਸੋਇਲ, ਕਿ ਕਿਵੇਂ ਸੰਭਾਲੀਏ ਮਿੱਟੀ ਨੂੰ। ਸੋ ਕੰਜ਼ਰਵੇਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਚੀਜ਼ ਨੂੰ ਖਰਾਬ ਹੋਣ ਤੋਂ ਬਚਾਉਣਾ, ਔਰ ਇਸ ਵਾਸਤੇ ਅਸੀਂ ਬਚਾਉਂਦੇ ਇਸ ਵਾਸਤੇ ਹਾਂ ਤਾਂ ਕਿ ਫਿਊਚਰ ਦੀਆਂ ਜਨਰੇਸ਼ਨਸ ਇਹਨੂੰ ਇਸਤੇਮਾਲ ਕਰ ਸਕਣ। ਸੋਇਲ ਜਿਹੜੀ ਹੈ ਇਹਨੂੰ ਬਣਨ ਦੇ ਵਿੱਚ ਹਜ਼ਾਰਾਂ ਹੀ ਸਾਲ ਲੱਗ ਜਾਂਦੇ ਨੇ, ਲੇਕਿਨ ਕੁਛ ਕੁ ਸਾਲਾਂ ਦੇ ਵਿੱਚ ਇਹ ਮਿੱਟੀ ਜਿਹੜੀ ਰੁੜ ਕੇ ਨਸ਼ਟ ਹੋ ਸਕਦੀ, ਕਿਸੇ ਹੋਰ ਜਗ੍ਹਾ 'ਤੇ ਜਾ ਸਕਦੀ ਹੈ। ਸੋ ਇਹਨੂੰ ਬਚਾਉਣ ਦੀ ਲੋੜ ਹੈ। ਸਾਨੂੰ ਪਤਾ ਹੈ ਕਿ ਦਰਖਤਾਂ ਦੀਆਂ ਜੜ੍ਹਾਂ, ਪੌਦਿਆਂ ਦੀਆਂ ਜੜ੍ਹਾਂ ਜਿਹੜੀਆਂ ਨੇ ਮਿੱਟੀ ਨੂੰ ਬੰਨ੍ਹ ਕੇ ਰੱਖਦੀਆਂ ਨੇ, ਔਰ ਇਰੋਜ਼ਨ ਤੋਂ ਖੁਰਨ ਤੋਂ ਬਚਾਉਂਦੀਆਂ ਨੇ। ਲੇਕਿਨ ਜਦੋਂ ਅਸੀਂ ਲਗਾਤਾਰ ਟਰੀਜ਼ ਕੱਟ ਰਹੇ ਹਾਂ, ਔਰ ਲਗਾਤਾਰ ਅਸੀਂ ਜਾਨਵਰ ਜਿਹੜੇ ਨੇ ਉਹਨਾਂ ਨੂੰ ਚਾਰ ਰਹੇ ਹਾਂ ਘਾਹ ਦੇ ਉੱਪਰ, ਤਾਂ ਜਿਹਦੇ ਨਾਲ ਵੈਜੀਟੇਸ਼ਨ, ਪਲਾਂਟਸ ਵਗੈਰਾ ਨਸ਼ਟ ਹੋ ਰਹੇ ਨੇ, ਜਿਸ ਕਾਰਨ ਜਿਹੜੀ ਸੋਇਲ ਹੈ ਐਕਸਪੋਜ਼ ਹੋ ਰਹੀ ਹੈ, ਔਰ ਇਹਨੂੰ ਹਵਾ, ਪਾਣੀ ਵਰਗੇ ਏਜੰਟਸ ਆਸਾਨੀ ਨਾਲ ਬਹਾ ਕੇ ਲੈ ਜਾ ਸਕਦੇ ਹਨ। ਸੋ ਸੋਇਲ ਕੰਜ਼ਰਵੇਸ਼ਨ ਦੀ ਲੋੜ ਹੈ, ਮਿੱਟੀ ਨੂੰ ਸੰਭਾਲਣ ਦੀ ਲੋੜ ਹੈ। ਬਹੁਤ ਹੀ ਇੰਪੋਰਟੈਂਟ ਇਸ਼ੂ ਹੈ ਵਰਲਡ ਦੇ ਵਿੱਚ। ਸਾਡੀਆਂ ਫਰਟਾਈਲ ਲੈਂਡਸ ਨੂੰ, ਉਪਜਾਊ ਜ਼ਮੀਨਾਂ ਨੂੰ ਬਚਾਉਣ ਵਾਸਤੇ ਜਿਹੜਾ ਹੈ ਕੀ ਕਰਨ ਦੀ ਲੋੜ ਹੈ ਕਿ ਸਾਨੂੰ ਕੋਸ਼ਿਸ਼ਾਂ ਕੀ ਕਰਨੀਆਂ ਚਾਹੀਦੀਆਂ, ਬਲਕਿ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ
ਕਿ ਗ੍ਰੇਜ਼ਿੰਗ ਲੈਂਡਸ ਜਿਹੜੀਆਂ ਨੇ ਉਹ ਵੱਖਰੀਆਂ ਬਣਾਈਆਂ ਜਾਣ ਔਰ ਉਪਜਾਊ ਜ਼ਮੀਨ ਦੇ ਉੱਪਰ ਜਾਨਵਰ ਨਾ ਚਾਰੇ ਜਾਣ। ਇਹ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਦਰਖਤਾਂ ਦੇ ਕੱਟਣ ਨੂੰ ਘੱਟ ਕੀਤਾ ਜਾਏ, ਲੇਕਿਨ ਦਰਖਤ ਤਾਂ ਸਾਨੂੰ ਚਾਹੀਦੇ ਹੀ ਚਾਹੀਦੇ ਨੇ ਅਲੱਗ-ਅਲੱਗ ਪਰਪਸ ਲਈ। ਸੋ ਅਗਰ ਅਸੀਂ ਪੇੜ ਕੱਟ ਰਹੇ ਹਾਂ ਤਾਂ ਸਾਨੂੰ ਛੋਟੇ ਸੈਪਲਿੰਗਸ, ਛੋਟੇ ਪੌਦੇ ਵੀ ਲਗਾਉਣੇ ਚਾਹੀਦੇ ਨੇ ਤਾਂ ਕਿ ਦਰਖਤਾਂ ਦੇ ਹੇਠ ਜਿਹੜਾ ਰਕਬਾ ਹੈ, ਜਿਹੜਾ ਏਰੀਆ ਹੈ, ਉਹ ਘਟੇ ਨਾ ਔਰ ਮਿੱਟੀ ਦੀ ਇਰੋਜ਼ਨ ਜਿਹੜੀ ਉਹਨੂੰ ਅਸੀਂ ਬਚਾ ਸਕੀਏ। ਸੋ ਇਹਦੇ ਨਾਲ ਹੀ ਤੁਹਾਡਾ ਲੈਸਨ ਫਿਨਿਸ਼ ਹੁੰਦਾ ਹੈ। ਥੈਂਕ ਯੂ ਵੈਰੀ ਮਚ।